ਰਾਗ ਬੜਹੰਸ ਮਹੱਲਾ ਪਹਿਲਾ। ਘਰ ਪੰਜਵਾਂ ਅਲਾਹਣੀਆਂ। ਏਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਸਰਿੰਦਾ ਸੱਚਾ ਪਾਤਸ਼ਾਹੋ। ਜਿਨ ਜਗ ਧੰਦਾ ਲਾਇਆ। ਮੋਹਲਤ ਪੁੰਨੀ ਪਾਏ ਭਰੀ। ਜਾਨੀੜਾ ਘਤ ਚਲਾਇਆ। ਜਾਨੀ ਘਤ ਚਲਾਇਆ। ਲਿਖਿਆ ਆਇਆ। ਰੁੰਨੇ ਵੀਰ ਸਬਾਏ। ਕਾਇਆ ਹੰਸ ਥਿਆ ਵਿਛੋੜਾ। ਜਾਂ ਦਿਨ ਪੁੰਨੇ ਮੇਰੀ ਮਾਏ। ਜਿਹਾ ਲਿਖਿਆ ਤਿਹਾ ਪਾਇਆ। ਜਿਹਾ ਪੁਰਬ ਕਮਾਇਆ। ਧੰਨ ਸਰਿੰਦਾ ਸੱਚਾ ਪਾਤਸ਼ਾਹੋ। ਜਿਨ ਜਗ ਧੰਦਾ ਲਾਇਆ। ਪਰਮ ਸਤਿਕਾਰਯੋਗ ਨਾਨਕ ਨਾਮ ਲੇਵਾ ਸਭ ਧਰਮਾਂ ਦੇ ਸਨੇਹੀਓ। ਇੱਕ ਵਾਰੀ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਸ਼ਬਦ ਰਾਗ ਬੜਹੰਸ ਦੇ ਵਿੱਚ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦਾ 578 ਨੰਬਰ ਅੰਗ ਉੱਤੇ ਅੰਕਿਤ ਕੀਤਾ ਹੋਇਆ ਹੈ। ਅਲਾਣੀਆਂ। ਅਲਾਣੀਆਂ ਤੋਂ ਭਾਵ ਕਿਸੇ ਦੇ ਮਰਨ ਤੇ ਗਾਏ ਜਾਣ ਵਾਲੇ ਗੀਤ। ਜਦੋਂ ਕੋਈ ਪ੍ਰਾਣੀ ਮਰਦਾ ਹੈ ਤਾਂ ਭਾਈਚਾਰੇ ਦੀਆਂ ਜਨਾਨੀਆਂ ਮਿਲ ਕੇ ਰੋਂਦੀਆਂ ਨੇ। ਮਰਾਸਣ ਉਸ ਮਰੇ ਪ੍ਰਾਣੀ ਦੀ ਸਿਫਤ ਸਲਾਹ ਵਿੱਚ ਕਵਿਤਾ ਜਿਹੀ ਕੋਈ ਤੁਕ ਸੁਰ ਵਿੱਚ ਪੜਦੀ ਹੈ। ਉਸ ਦੇ ਪਿੱਛੇ ਪਿੱਛੇ ਉਹੀ ਤੁਕ ਸਾਰੀਆਂ ਜਨਾਨੀਆਂ ਰਲ ਕੇ ਸੁਰ ਵਿੱਚ ਪੜਦੀਆਂ ਨੇ ਤੇ ਨਾਲ ਨਾਲ ਥੋੜਾ ਪਿੱਟਦੀਆਂ ਨੇ। ਉਹ ਪਿੱਟਣਾ ਵੀ ਸੁਰ ਤਾਲ ਵਿੱਚ ਹੁੰਦਾ ਹੈ। ਮਰਾਸਣ ਦੇ ਉਸ ਗੀਤ ਨੂੰ ਅਲਾਣੀਆਂ ਕਿਹਾ ਜਾਂਦਾ ਹੈ। ਸਤਿਗੁਰੂ ਜੀ ਸਰੂਣ ਪਿੱਟਣ ਤੋਂ ਵਰਜ ਕੇ ਪਰਮਾਤਮਾ ਦੀ ਰਜ਼ਾ ਵਿੱਚ ਤੁਰਨ ਤੇ ਉਸ ਦੀ ਸਿਫਤ ਸਲਾਹ ਦਾ ਉਪਦੇਸ਼ ਦਿੰਦੇ ਹੋਏ ਫਰਮਾਨ ਕਰਦੇ ਨੇ ਕਿ ਉਸ ਅਕਾਲ ਪੁਰਖ ਪਰਮਾਤਮਾ ਨੇ ਇਸ ਸੰਸਾਰ ਨੂੰ ਪੈਦਾ ਕੀਤਾ ਹੈ ਤੇ ਆਪਣੀ ਮੌਜ ਦੇ ਅਨੁਸਾਰ ਇਸ ਸੰਸਾਰ ਨੂੰ ਇਕੱਠਾ ਕਰ ਲੈਂਦਾ ਹੈ। ਇਸ ਸੰਸਾਰ ਦੇ ਵਿੱਚ ਉਹੀ ਕੁਝ ਹੁੰਦਾ ਹੈ ਜਿਹੜਾ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਇਸ ਸੰਸਾਰ ਦੇ ਲੋਕਾਂ ਨੂੰ ਇਹ ਸਮਝ ਨਹੀਂ ਪੈਂਦੀ ਕਿ ਜੋ ਜੀਵ ਇਸ ਸੰਸਾਰ ਦੇ ਵਿੱਚ ਪੈਦਾ ਹੋਇਆ ਹੈ ਉਸ ਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਚਲੇ ਜਾਣਾ ਹੈ। ਜਿਵੇਂ ਗੁਰੂ ਸਾਹਿਬ ਫਰਮਾਨ ਕਰਦੇ ਨੇ, ਜੋ ਉਪਜਿਓ ਸੋ ਬਿਨਸ ਹੈ। ਜਿਹੜਾ ਇਸ ਸੰਸਾਰ ਦੇ ਵਿੱਚ ਪੈਦਾ ਹੋਇਆ, ਇਸ ਧਰਤੀ ਤੇ ਪੈਦਾ ਹੋਇਆ,
ਉਸਨੇ ਇੱਕ ਨਾ ਇੱਕ ਦਿਨ ਨਾਸ਼ ਹੋਣਾ ਹੀ ਹੋਣਾ ਹੈ। ਗੁਰੂ ਅਰਜਨ ਸਾਹਿਬ ਫੁਰਮਾਨ ਕਰਦੇ ਨੇ, ਬੰਦੇ ਚਸ਼ਮ ਦੀਦੰਗ ਫਨਾਏ। ਕਹਿੰਦੇ, ਇਹ ਭੁੱਲਿਆ ਮਨੁੱਖਾ, ਜੋ ਕੁਝ ਤੂੰ ਅੱਖਾਂ ਦੇ ਨਾਲ ਵੇਖ ਰਿਹਾ ਹੈ, ਉਹ ਸਭ ਕੁਝ ਨਾਸ਼ ਹੋਣ ਵਾਲਾ ਹੈ। ਇਸ ਦੇ ਲਈ ਇਸ ਸੰਸਾਰ ਦੇ ਵਿੱਚ ਮਾਇਆ ਦੀ ਖਾਤਰ ਰੋਣਾ ਪਿੱਟਣਾ ਕਰਨਾ, ਆਪਣੇ ਸਰੀਰ ਨੂੰ ਖਰਾਬ ਕਰਨਾ, ਇਹ ਕੋਈ ਚੰਗੀ ਗੱਲ ਨਹੀਂ। ਉਸ ਇੱਕ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ, ਜਿਹੜਾ ਅੰਤ ਸਮੇਂ ਸਾਡੇ ਨਾਲ ਜਾਣਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਪਰਮਾਤਮਾ ਇੱਕ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਧੰਨ ਸਰਿੰਦਾ, ਵਡਿਆਪਣ ਜੋਗ ਪੈਦਾ ਕਰਨ ਵਾਲਾ ਸਿਰਜਣਹਾਰ, ਸੱਚਾ ਸਦਾ ਸਥਿਰ ਰਹਿਣ ਵਾਲਾ ਪਾਤਸ਼ਾਹ, ਉਹ ਅਕਾਲ ਪੁਰਖ ਪਰਮਾਤਮਾ। ਜਿਸ ਪਰਮਾਤਮਾ ਨੇ ਜਗ ਧੰਦਾ ਲਾਇਆ, ਇਸ ਸੰਸਾਰ ਨੂੰ ਮਾਇਆ ਦੇ ਆਹਾਰ ਵਿੱਚ ਲਗਾਇਆ ਹੋਇਆ ਹੈ। ਮੋਹਲਤ ਮਿਲਿਆ ਸਮਾਂ, ਪੁੰਨੀ ਪੁੱਜ ਗਈ, ਪੂਰੀ ਹੋ ਗਈ। ਪਾਈ ਭਰੀ, ਪਾਈ ਕਹਿੰਦੇ ਨੇ ਪੰਨ ਘੜੀ ਦੀ ਪਿਆਲੀ। ਇਸ ਦੇ ਹੇਠ ਵਾਰ ਛੇਕ ਹੁੰਦਾ ਹੈ, ਜਿਸ ਦੇ ਰਾਹੀਂ ਪਿਆਲੇ ਵਿੱਚ ਪਾਣੀ ਆਉਂਦਾ ਰਹਿੰਦਾ ਹੈ। ਪੂਰੇ 1 ਘੰਟੇ ਵਿੱਚ ਪਿਆਲੀ ਪਾਣੀ ਨਾਲ ਭਰ ਕੇ ਪਾਣੀ ਵਿੱਚ ਡੁੱਬ ਜਾਂਦੀ ਹੈ। ਖਾਲੀ ਕਰਕੇ ਪਿਆਲੀ ਫਿਰ ਪਾਣੀ ਉੱਤੇ ਰੱਖ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਇੱਕ ਘੰਟੇ ਦਾ ਸਮਾਂ ਪਤਾ ਲੱਗਦਾ ਰਹਿੰਦਾ ਹੈ। ਜਾਨੀਅੜਾ, ਪਿਆਰਾ ਸਾਥੀ ਜੀਵਾਤਮਾ, ਘੱਤ ਚਲਾਇਆ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ। ਰੁੰਨੇ ਵੀਰ ਸਵਾਏ, ਰੋਂਦੇ ਨੇ ਸਾਰੇ ਵੀਰ, ਸਾਰੇ ਸੱਜਣ ਸੰਬੰਧੀ। ਕਾਇਆ ਹੰਸ ਥੀਆ ਵਿਛੋੜਾ, ਕਾਇਆ ਸਰੀਰ ਹੰਸ ਜੀਵਾਤਮਾ। ਥੀਆ ਵਿਛੋੜਾ, ਜਦੋਂ ਇਹਨਾਂ ਦੋਨਾਂ ਦਾ ਵਿਛੋੜਾ ਪੈ ਜਾਂਦਾ ਹੈ। ਜਾ ਦਿਨ, ਜਿਹੜੇ ਦਿਨ ਪੁੰਨੇ ਉਸ ਅਕਾਲ ਪੁਰਖ ਪਰਮਾਤਮਾ ਦੇ ਦਿੱਤੇ ਹੋਏ ਦਿਨ ਪੁੰਨੇ ਮੁੱਕ ਗਏ। ਮੇਰੀ ਮਾਏ ਹੈ ਮੇਰੀ ਮਾਂ, ਜਿਹਾ ਲਿਖਿਆ ਜਿਹੋ ਜਿਹਾ ਇਸ ਸੰਸਾਰ ਦੇ ਵਿੱਚ ਜੀਵ ਨੇ ਲੇਖ ਲਿਖਿਆ, ਤਿਹਾ ਪਾਇਆ ਉਸਨੇ, ਇਹੋ ਜਿਹਾ ਹੀ ਫਲ ਪ੍ਰਾਪਤ ਕੀਤਾ। ਜਿਹਾ ਪੁਰਬ ਕਮਾਇਆ, ਪੁਰਬ ਮਰਨ ਤੋਂ ਪਹਿਲੇ ਸਮੇਂ ਦੇ ਵਿੱਚ ਕਮਾਇਆ ਜੀਵ ਨੇ ਇਕੱਠਾ ਕੀਤਾ। ਸਤਿਗੁਰੂ ਫੁਰਮਾਨ ਕਰਦੇ ਨੇ, ਧੰਨ ਸਰਿੰਦਾ ਸੱਚਾ ਪਾਤਸ਼ਾਹ, ਉਹ ਅਕਾਲ ਪੁਰਖ ਪਰਮਾਤਮਾ ਸਲਾਉਣ ਯੋਗ ਹੈ। ਜਿਨ ਜਗ ਧੰਦਾ ਲਾਇਆ, ਜਿਸ ਪਰਮਾਤਮਾ ਨੇ ਆਹਾਰ ਦੇ ਖਾਤਰ ਇਸ ਸੰਸਾਰ ਨੂੰ ਧੰਦੇ ਉੱਤੇ, ਕੰਮ ਦੇ ਉੱਤੇ ਲਾਇਆ ਹੋਇਆ ਹੈ। ਸਤਿਗੁਰੂ ਫੁਰਮਾਨ ਕਰਦੇ ਨੇ,
ਜਿਸ ਪ੍ਰਭੂ ਨੇ ਜਗਤ ਨੂੰ ਮਾਇਆ ਦੇ ਆਹਾਰ ਵਿੱਚ ਲਾ ਰੱਖਿਆ ਹੈ, ਉਹੀ ਸਿਰਜਣਹਾਰ ਪਾਤਸ਼ਾਹ ਵਡਿਆਉਣ ਯੋਗ ਹੈ। ਕਿਉਂਕਿ ਸਦਾ ਕਾਇਮ ਰਹਿਣ ਵਾਲਾ ਹੈ। ਜੀਵ ਵਿਚਾਰੇ ਦੀ ਕੋਈ ਪਾਇਆ ਨਹੀਂ। ਜਦੋਂ ਜੀਵ ਨੂੰ ਮਿਲਿਆ ਸਮਾਂ ਮੁੱਕ ਜਾਂਦਾ ਹੈ। ਜਦੋਂ ਇਸ ਦੀ ਉਮਰ ਦੀ ਪਿਆਲੀ ਭਰ ਜਾਂਦੀ ਹੈ, ਤਾਂ ਸਰੀਰ ਦੇ ਪਿਆਰੇ ਸਾਥੀ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ। ਉਮਰ ਦਾ ਸਮਾਂ ਮੁੱਕਣ ਤੇ ਜਦੋਂ ਪਰਮਾਤਮਾ ਦਾ ਲਿਖਿਆ ਹੁਕਮ ਆਉਂਦਾ ਹੈ, ਸਰੀਰ ਦੇ ਪਿਆਰੇ ਸਾਥੀ ਜੀਵਾਤਮਾ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ ਤੇ ਸਾਰੇ ਸੱਜਣ ਸੰਬੰਧੀ ਰੋਂਦੇ ਨੇ। ਹੇ ਮੇਰੀ ਮਾਂ, ਜਦੋਂ ਉਮਰ ਦੇ ਦਿਨ ਪੂਰੇ ਹੋ ਜਾਂਦੇ ਨੇ, ਤਾਂ ਸਰੀਰ ਦਾ ਤੇ ਜੀਵਾਤਮਾ ਦਾ ਸਦਾ ਲਈ ਵਿਛੋੜਾ ਹੋ ਜਾਂਦਾ ਹੈ। ਉਸ ਅੰਤ ਸਮੇਂ ਤੋਂ ਪਹਿਲਾਂ ਜੋ ਕਰਮ ਜੀਵ ਨੇ ਕਮਾਇਆ ਹੁੰਦਾ ਹੈ, ਉਸ ਦੇ ਅਨੁਸਾਰ ਜਿਹੋ ਜਿਹਾ ਸੰਸਕਾਰਾਂ ਦਾ ਲੇਖ ਉਸ ਦੇ ਮੱਥੇ ਤੇ ਲਿਖਿਆ ਜਾਂਦਾ ਹੈ, ਇਹੋ ਜਿਹਾ ਫਲ ਜੀਵ ਪ੍ਰਾਪਤ ਕਰਦਾ ਹੈ। ਜਿਸ ਨੇ ਜਗਤ ਨੂੰ ਮਾਇਆ ਦੇ ਆਹਾਰ ਵਿੱਚ ਲਾ ਰੱਖਿਆ ਹੈ, ਉਹੀ ਸਿਰਜਣਹਾਰ ਪਾਤਸ਼ਾਹ ਵਡਿਆਉਣ ਯੋਗ ਹੈ। ਉਹੀ ਸਦਾ ਕਾਇਮ ਰਹਿਣ ਵਾਲਾ ਹੈ। ਸਾਹਿਬ ਸਿਮਰੋ ਮੇਰੇ ਭਾਈਓ, ਸਭਨਾ ਇਹੋ ਪਿਆਣਾ। ਇਤੈ ਧੰਦਾ ਕੂੜਾ ਚਾਰ ਦੇਹਾ, ਆਗੈ ਸਰ ਪਰ ਜਾਣਾ। ਸਤਿਗੁਰੂ ਫਰਮਾਨ ਕਰਦੇ ਨੇ, ਸਾਹਿਬ ਸਿਮਰੋ ਮੇਰੇ ਭਾਈਓ, ਹੇ ਮੇਰੇ ਭਰਾਵੋ, ਉਸ ਮਾਲਕ ਦੇ ਨਾਮ ਦਾ ਸਿਮਰਨ ਕਰੋ। ਸਭਨਾ ਸਾਰਿਆਂ ਨੇ ਇਹੋ ਭਿਆਣਾ, ਇੱਥੋਂ ਚਲੇ ਜਾਣਾ ਹੈ, ਇੱਥੋਂ ਕੂਚ ਕਰ ਜਾਣਾ ਹੈ। ਇੱਥੇ ਧੰਦਾ, ਇੱਥੇ ਕੰਮਕਾਰ, ਕੂੜਾ ਨਾਸ਼ ਹੋਣ ਵਾਲਾ, ਚਾਰ ਦੇਹਾ 4 ਦਿਨਾਂ ਦਾ ਹੈ। ਆਗਿਆ ਸਰ ਪਰ ਜਾਣਾ, ਤੇ ਅੱਗੇ ਪਰਲੋਕ ਦੇ ਵਿੱਚ ਜਾਣਾ ਹੈ। ਆਗਿਆ ਸਰ ਪਰ ਜਾਣਾ, ਜਿਉ ਮਹਿਮਾਨਾ, ਕਾਹੇ ਗਰਭ ਕੀਜੈ। ਜਿਤ ਸੇਵੀਐ ਦਰਗਹਿ ਸੁਖ ਪਾਈਐ, ਨਾਮ ਤਿਸੈ ਕਾ ਲੀਜੈ। ਸਤਿਗੁਰੂ ਫਰਮਾਨ ਕਰਦੇ ਨੇ, ਆਗਿਆ ਸਰ ਪਰ ਜਾਣਾ, ਜਦੋਂ ਅਸੀਂ ਅੱਗੇ ਪਰਲੋਕ ਦੇ ਵਿੱਚ ਜਾਣਾ ਹੈ, ਜਿਉ ਮਹਿਮਾਨਾ, ਜਿਵੇਂ ਮਹਿਮਾਨ ਪਰਾਉਣਾ। ਕਾਹੇ, ਕਿਹੜੀ ਗੱਲ ਦਾ, ਗਰਭ ਕੀਜੈ, ਫਿਰ ਹੰਕਾਰ ਕਿਸ ਗੱਲ ਦਾ ਕਰਦਾ ਹੈ। ਜਿਤ ਸੇਵੀਐ, ਜਿਸ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਿਆਂ ਦਰਗਹਿ ਸੁਖ ਪਾਈਐ, ਉਸ ਅਕਾਲ ਪੁਰਖ ਪਰਮਾਤਮਾ ਦੀ ਦਰਗਾਹ ਦੇ ਵਿੱਚ ਆਨੰਦ ਪ੍ਰਾਪਤ ਹੁੰਦਾ ਹੈ। ਨਾਮ ਤਿਸੈ ਕਾ ਲੀਜੈ, ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ, ਉਸ ਪਰਮਾਤਮਾ ਦੇ ਨਾਮ ਨੂੰ ਸਿਮਰ।
ਆਗੈ ਹੁਕਮ ਨਾ ਚੱਲੈ ਮੂਲੇ, ਸਿਰ ਸਿਰ ਕਿਆ ਬਿਹਾਣਾ। ਸਾਹਿਬ ਸਿਮਰਹੁ ਮੇਰੇ ਭਾਈਓ, ਸਭਨਾ ਇਹੋ ਪਿਆਣਾ। ਆਗਿਆ ਹੁਕਮ ਨ ਚੱਲੈ, ਜਿਸ ਪਰਮਾਤਮਾ ਦੇ ਅੱਗੇ ਕਿਸੇ ਦਾ ਹੁਕਮ ਨਹੀਂ ਚੱਲਦਾ, ਸਿਰ ਸਿਰ ਕਿਆ ਬਿਹਾਣਾ, ਤੇ ਆਪਣੇ ਸਿਰ ਉੱਤੇ, ਹਰੇਕ ਦੇ ਸਿਰ ਉੱਤੇ ਕੀਤਾ ਹੋਇਆ ਵਿਹਾਰ। ਸਾਹਿਬ ਸਿਮਰੋ, ਉਸ ਮਾਲਕ ਦੀ ਸਿਫਤ ਸਲਾਹ ਕਰੋ। ਮੇਰੇ ਭਾਈਓ, ਹੇ ਮੇਰੇ ਭਰਾਵੋ, ਸਭਨਾ ਇਹੋ ਭਿਆਣਾ, ਸਭਨਾ ਨੇ ਇੱਥੋਂ ਚਲੇ ਜਾਣਾ ਹੈ, ਕੁਝ ਕਰ ਜਾਣਾ ਹੈ। ਸਤਿਗੁਰੂ ਫੁਰਮਾਨ ਕਰਦੇ ਨੇ, ਹੇ ਮੇਰੇ ਭਰਾਵੋ, ਸਦਾ ਥਿਰ ਮਾਲਕ ਪ੍ਰਭੂ ਦਾ ਸਿਮਰਨ ਕਰੋ। ਦੁਨੀਆ ਤੋਂ ਇਹ ਕੁਝ ਸਭਨਾ ਨੇ ਹੀ ਕਰਨਾ ਹੈ। ਦੁਨੀਆ ਨੂੰ ਛੱਡ ਕੇ ਇੱਥੋਂ ਸਭ ਨੇ ਹੀ ਚਲੇ ਜਾਣਾ ਹੈ। ਦੁਨੀਆ ਵਿੱਚ ਮਾਇਆ ਦਾ ਝੂਠਾ ਆਹਾਰ 4 ਦਿਨਾਂ ਲਈ ਹੈ। ਹਰੇਕ ਨੇ ਹੀ ਇੱਥੋਂ ਅਗਾਂਹ ਪਰਲੋਕ ਵਿੱਚ ਜ਼ਰੂਰ ਚਲੇ ਜਾਣਾ ਹੈ। ਇੱਥੋਂ ਅਗਾਂਹ ਜ਼ਰੂਰ ਹਰੇਕ ਨੇ ਚਲੇ ਜਾਣਾ ਹੈ। ਇੱਥੇ ਜਗਤ ਵਿੱਚ ਅਸੀਂ ਪਰਾਉਣਿਆਂ ਵਾਂਗ ਹੀ ਹਾਂ। ਕਿਸੇ ਵੀ ਧਨ ਪਦਾਰਥ ਆਦਿਕ ਦਾ ਮਾਣ ਕਰਨਾ ਵਿਅਰਥ ਹੈ। ਉਸ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ, ਜਿਸ ਦੇ ਸਿਮਰਨ ਨਾਲ ਪਰਮਾਤਮਾ ਦੀ ਹਜ਼ੂਰੀ ਵਿੱਚ ਆਤਮਿਕ ਆਨੰਦ ਮਿਲਦਾ ਹੈ। ਜਗਤ ਵਿੱਚ ਤਾਂ ਧਨ ਪਦਾਰਥ ਵਾਲੇ ਦਾ ਹੁਕਮ ਚੱਲ ਸਕਦਾ ਹੈ, ਪਰ ਪਰਲੋਕ ਵਿੱਚ ਕਿਸੇ ਦੇ ਹੁਕਮ ਦਾ, ਕਿਸੇ ਦਾ ਵੀ ਹੁਕਮ ਉੱਕਾ ਨਹੀਂ ਚੱਲ ਸਕਦਾ। ਉੱਥੇ ਤਾਂ ਹਰੇਕ ਦੇ ਸਿਰ ਉੱਤੇ ਆਪੋ ਆਪਣੇ ਕੀਤੇ ਅਨੁਸਾਰ ਬੀਤਦੀ ਹੈ। ਹੇ ਮੇਰੇ ਭਰਾਵੋ, ਸਦਾ ਥਿਰ ਮਾਲਕ ਪ੍ਰਭੂ ਦਾ ਸਿਮਰਨ ਕਰੋ। ਦੁਨੀਆ ਤੋਂ ਇਹ ਕੁਝ ਸਭਨਾ ਨੇ ਹੀ ਕਰ ਜਾਣਾ ਹੈ। ਸਾਰਿਆਂ ਨੇ ਹੀ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਹੈ। ਜੋ ਤਿਸ ਭਾਵੈ ਸਮਰੱਥ ਸੋ ਥੀਐ, ਹਿਲੜਾ ਇਹੋ ਸੰਸਾਰੋ। ਜਲ ਥਲ ਮਹੀਲ ਰਬ ਰਹਿਆ, ਸਾਚੜਾ ਸਿਰਜਣਹਾਰੋ। ਜੋ ਤਿਸ ਭਾਵੈ, ਜੋ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਸਮਰੱਥ, ਸਭ ਤਾਕਤਾਂ ਦਾ ਮਾਲਕ, ਸੋ ਥੀਐ, ਉਹੀ ਕੁਝ ਹੁੰਦਾ ਹੈ। ਹਿਲੜਾ, ਹਿੱਲਾ ਬਹਾਨਾ ਬਣਾ ਦਿੱਤਾ ਹੈ। ਇਹੋ ਸੰਸਾਰੋਂ ਰੋਜੀ ਰੋਟੀ ਕਮਾਉਣ ਦਾ ਬਹਾਨਾ ਬਣਾ ਦਿੱਤਾ ਹੈ ਸਾਰੇ ਸੰਸਾਰ ਦੇ ਲਈ ਪਰਮਾਤਮਾ ਨੇ। ਜਲ ਥਲ, ਜਲ ਦੇ ਵਿੱਚ, ਧਰਤੀ ਦੇ ਵਿੱਚ ਮਹੀ ਤਲ, ਧਰਤੀ ਦੇ ਉੱਪਰ ਤਲ, ਧਰਤੀ ਦੇ ਉੱਪਰਲੇ ਪੁਲਾੜ ਵਿੱਚ, ਆਕਾਸ਼ ਵਿੱਚ ਰੱਬ ਰਿਹਾ, ਜਿਹੜਾ ਉਹ ਪਰਮਾਤਮਾ ਵਸ ਰਿਹਾ ਹੈ। ਸਾਜੜਾ,
ਸਦਾ ਥਿਰ ਰਹਿਣ ਵਾਲਾ, ਸਿਰਜਣਹਾਰੋ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਪਰਮਾਤਮਾ, ਸਾਚਾ ਸਿਰਜਣਹਾਰੋ, ਅਲਖ ਅਪਾਰੋ, ਤਾ ਕਾ ਅੰਤ ਨ ਪਾਇਆ, ਆਇਆ ਤਿਨ ਕਾ ਸਫਲ ਭਇਆ ਹੈ, ਇਕ ਮਨ ਜਿਨੀ ਧਿਆਇਆ। ਸਤਿਗੁਰੂ ਫੁਰਮਾਨ ਕਰਦੇ ਨੇ, ਸਾਚਾ ਸਿਰਜਣਹਾਰੋ, ਸਦਾ ਥਿਰ ਰਹਿਣ ਵਾਲਾ ਪਰਮਾਤਮਾ, ਜੋ ਸਾਰੇ ਸੰਸਾਰ ਨੂੰ ਜਿਸ ਨੇ ਪੈਦਾ ਕੀਤਾ ਹੈ। ਅਲਖ ਜਿਹੜਾ ਅਦ੍ਰਿਸ਼ਟ ਹੈ, ਜਿਹੜਾ ਵੇਖਿਆ ਨਹੀਂ ਜਾ ਸਕਦਾ। ਅਪਾਰੋ ਜਿਹੜਾ ਪਰਮਾਤਮਾ ਬੇਅੰਤ ਹੈ। ਤਾਕਾ ਉਸ ਪਰਮਾਤਮਾ ਦਾ ਅੰਤ ਨਾ ਪਾਇਆ, ਉਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਆਇਆ ਤਿਨ ਕਾ ਸਫਲ ਭਇਆ, ਉਹਨਾਂ ਮਨੁੱਖਾਂ ਦਾ ਹੀ ਇਸ ਸੰਸਾਰ ਦੇ ਵਿੱਚ ਆਉਣਾ ਸਫਲਾ ਹੋਇਆ ਹੈ, ਜੀਵਨ ਸਫਲਾ ਹੋਇਆ ਹੈ। ਜਿਹੜੇ ਮਨੁੱਖਾਂ ਨੇ ਇੱਕ ਮਨ ਇਕਾਗਰ ਚਿੱਤ ਧਿਆਇਆ, ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ। ਟਾਹੇ ਟਾਹਾ ਉਸਾਰੇ ਆਪੇ, ਹੁਕਮ ਸਵਾਰਨ ਹਾਰੋ, ਜੋ ਤਿਸ ਭਾਵੈ ਸਮਰੱਥ ਸੋ ਥੀਐ, ਹਿਲੜਾ ਇਹੋ ਸੰਸਾਰੋ। ਟਾਹੇ ਢਾਹਾ, ਉਹ ਪਰਮਾਤਮਾ ਢਾਹ ਢਾਹ ਕੇ ਉਸਾਰੇ ਆਪੇ ਆਪ ਇਸ ਸੰਸਾਰ ਨੂੰ ਫੇਰ ਪੈਦਾ ਕਰ ਦਿੰਦਾ ਹੈ। ਹੁਕਮ ਸਵਾਰਨ ਹਾਰੋ, ਉਹ ਪਰਮਾਤਮਾ ਇਸ ਸੰਸਾਰ ਨੂੰ, ਇਸ ਸੰਸਾਰ ਦੇ ਜੀਵਾਂ ਨੂੰ ਮੁੜ ਮੁੜ ਕੇ ਢਾਹ ਕੇ ਫੇਰ ਬਣਾਉਂਦਾ ਹੈ, ਤੇ ਉਹਨਾਂ ਦਾ ਜੀਵਨ ਨੂੰ ਸਵਾਰਨਹਾਰੋ ਸਵਾਰ ਦਿੰਦਾ ਹੈ, ਸੋਹਣਾ ਬਣਾਉਣ ਦੀ ਖਾਤਰ। ਜੋ ਤਿਸ ਭਾਵੈ, ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ। ਸਮਰੱਥ, ਉਹ ਪਰਮਾਤਮਾ ਸਾਰੀਆਂ ਤਾਕਤਾਂ ਦਾ ਮਾਲਕ ਹੈ। ਹਿਲੜਾ ਇਹੋ ਸੰਸਾਰੋ, ਪਰਮਾਤਮਾ ਨੇ ਇੱਕ ਬਹਾਨਾ ਬਣਾ ਦਿੱਤਾ ਹੈ ਸੰਸਾਰ ਦੀ ਖਾਤਰ। ਸਤਿਗੁਰੂ ਫੁਰਮਾਨ ਕਰਦੇ ਨੇ, ਹੇ ਭਾਈ, ਜਗਤ ਦੇ ਜੀਵਾਂ ਦਾ ਉਦਮ ਤਾਂ ਇੱਕ ਬਹਾਨਾ ਹੀ ਹੁੰਦਾ ਹੈ। ਹੁੰਦਾ ਉਹੀ ਕੁਝ ਹੈ ਜੋ ਉਸ ਸਰਵ ਸ਼ਕਤੀਮਾਨ ਪ੍ਰਭੂ ਨੂੰ ਭਾਉਂਦਾ ਹੈ, ਜੋ ਉਸ ਅਕਾਲ ਪੁਰਖ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਉਹ ਸਦਾ ਥਿਰ ਰਹਿਣ ਵਾਲਾ ਸਿਰਜਣਹਾਰ, ਪਾਣੀ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ ਹਰ ਥਾਂ ਮੌਜੂਦ ਹੈ। ਉਹ ਪ੍ਰਭੂ ਸਦਾ ਥਿਰ ਰਹਿਣ ਵਾਲਾ ਹੈ, ਸਭ ਦਾ ਪੈਦਾ ਕਰਨ ਵਾਲਾ ਹੈ, ਅਦ੍ਰਿਸ਼ਟ ਹੈ, ਬੇਅੰਤ ਹੈ। ਕੋਈ ਵੀ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਲੱਭ ਸਕਦਾ। ਜਗਤ ਵਿੱਚ ਜੰਮਣਾ ਉਹਨਾਂ ਦਾ ਹੀ ਸਫਲ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਉਸ ਬੇਅੰਤ ਪ੍ਰਭੂ ਨੂੰ ਸੁਰਤ ਵਿੱਚ ਜੋੜ ਕੇ ਸਿਮਰਿਆ ਹੈ, ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਹੈ। ਉਹਨਾਂ ਦਾ ਹੀ ਆਉਣਾ ਇਸ ਸੰਸਾਰ ਦੇ ਵਿੱਚ ਕਬੂਲ ਹੁੰਦਾ ਹੈ। ਉਹ ਪਰਮਾਤਮਾ ਆਪ ਹੀ ਜਗਤ ਰਚਨਾ ਨੂੰ ਢਾਹ ਦਿੰਦਾ ਹੈ, ਢਾਹ ਕੇ ਆਪ ਹੀ ਫਿਰ ਬਣਾ ਲੈਂਦਾ ਹੈ। ਉਹ ਆਪਣੇ ਹੁਕਮ ਵਿੱਚ
ਜੀਵਾਂ ਨੂੰ ਚੰਗੇ ਜੀਵਨ ਵਾਲੇ ਬਣਾਉਂਦਾ ਹੈ। ਇਸ ਦੇ ਲਈ ਸਤਿਗੁਰੂ ਫਰਮਾਨ ਕਰਦੇ ਨੇ, ਜਗਤ ਦੇ ਜੀਵਾਂ ਦਾ ਉਦਮ ਵੀ ਇੱਕ ਬਹਾਨਾ ਹੀ ਹੁੰਦਾ ਹੈ। ਹੁੰਦਾ ਉਹੀ ਕੁਝ ਹੈ ਜੋ ਉਸ ਸਰਵ ਸ਼ਕਤੀਮਾਨ ਪ੍ਰਭੂ ਨੂੰ ਚੰਗਾ ਲੱਗਦਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਫਰਮਾਨ ਕਰਦੇ ਨੇ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਇਸ ਸੰਸਾਰ ਦਾ ਹਰੇਕ ਜੀਵ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ। ਪਰਮਾਤਮਾ ਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ। ਉਹੀ ਕੁਝ ਹੁੰਦਾ ਹੈ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਪਰਮਾਤਮਾ ਇਸ ਸੰਸਾਰ ਨੂੰ ਢਾਹ ਕੇ ਦੁਬਾਰਾ ਬਣਾਉਣ ਦਾ ਕਾਰਨ ਇਹ ਹੈ ਕਿ ਪਰਮਾਤਮਾ ਜੀਵਾਂ ਨੂੰ ਚੰਗੇ ਜੀਵਨ ਵਾਲਾ ਬਣਾਉਣਾ ਚਾਹੁੰਦਾ ਹੈ, ਉਹਨਾਂ ਦੇ ਜੀਵਨ ਨੂੰ ਸਵਾਰਨਾ ਚਾਹੁੰਦਾ ਹੈ। ਇਹਦੇ ਕਰਕੇ ਪਰਮਾਤਮਾ ਮੁੜ ਮੁੜ ਕੇ ਇਸ ਸੰਸਾਰ ਨੂੰ ਢਾਹ ਕੇ ਢਾਉਂਦਾ ਹੈ ਤੇ ਉਸ ਨੂੰ ਦੁਬਾਰਾ ਰਚਨਾ ਦੇ ਵਿੱਚ ਲੈ ਕੇ ਆਉਂਦਾ ਹੈ। ਦੁਬਾਰਾ ਫਿਰ ਇਸ ਸੰਸਾਰ ਨੂੰ ਉਸਾਰਦਾ ਹੈ ਤਾਂ ਕਿ ਇਸ ਸੰਸਾਰ ਦੇ ਜੀਵਾਂ ਦਾ ਜੀਵਨ ਸੋਹਣਾ ਬਣ ਸਕੇ। ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਬਾਲੇ ਵੇ ਕਾਰਨ ਬਾਬਾ ਰੋਈਐ, ਰੋਵਣ ਸਗਲ ਬੇਕਾਰੋ। ਨਾਨਕ ਹੈ ਨਾਨਕ ਰੁਨਾ ਰੋਣਾ ਬਾਬਾ ਹੈ ਭਾਈ ਜਾਣੀਐ, ਉਹੀ ਜਾਣਿਆ ਜਾ ਸਕਦਾ ਹੈ ਜੇ ਰੋਵੈ ਲਾਏ ਪਿਆਰੋ। ਜੇ ਪਰਮਾਤਮਾ ਦੇ ਬੈਰਾਗ ਦੇ ਵਿੱਚ ਉਸ ਦਾ ਬੈਰਾਗ ਹੀ ਸਹੀ ਬੈਰਾਗ ਵਿੱਚ ਆਇਆ ਸਮਝੋ, ਜਿਹੜਾ ਪਿਆਰ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕਰਦਾ ਹੈ। ਬਾਲੇਵੇ ਕਾਰਨ ਧਨ ਪਦਾਰਥਾਂ ਦੀ ਖਾਤਰ ਬਾਬਾ ਰੋਈਐ, ਹੈ ਭਾਈ ਕਿਉਂ ਰੋਂਦੇ ਹੋ। ਰੋਵਣ ਸਗਲ ਵਿਕਾਰੋ, ਇਸ ਸੰਸਾਰ ਦੇ ਵਿੱਚ ਧਨ ਪਦਾਰਥਾਂ ਦੇ ਲਈ ਰੋਣਾ ਉਸ ਨੂੰ ਬੇਕਾਰ ਸਮਝੋ। ਰੋਵਣ ਸਗਲ ਵਿਕਾਰੋ, ਗਾਫਲ ਸੰਸਾਰੋ। ਮਾਇਆ ਕਾਰਨ ਰੋਵੈ, ਚੰਗਾ ਮੰਦਾ ਕਿਸ ਸੁਝੈ ਨਾਹੀ। ਇਹੋ ਤਨ ਏਵੈ ਖੋਵੈ, ਰੋਵਣ ਸਗਲ ਵਿਕਾਰੋ। ਧਨ ਪਦਾਰਥਾਂ ਦੇ ਖਾਤਰ ਰੋਣਾ ਉਸ ਨੂੰ ਬੇਕਾਰ ਸਮਝੋ। ਗਾਫਲ ਸੰਸਾਰੋ, ਬੇਖਬਰ ਸੰਸਾਰੋ। ਇਹ ਸਾਰਾ ਸੰਸਾਰ, ਸਾਰੇ ਸੰਸਾਰ ਨੂੰ ਇਹ ਸਮਝ ਨਹੀਂ ਪੈਂਦੀ ਕਿ ਧਨ ਪਦਾਰਥਾਂ ਦੀ ਖਾਤਰ ਰੋਣਾ ਇਹ ਚੰਗੀ ਗੱਲ ਨਹੀਂ। ਮਾਇਆ ਕਾਰਨ ਰੋਵੈ, ਉਹ ਸਾਰੇ ਹੀ ਮਾਇਆ ਦੀ ਖਾਤਰ ਰੋਂਦੇ ਨੇ। ਚੰਗਾ ਮੰਦਾ ਕਿਸ ਸੁਝੈ ਨਾਹੀ, ਜਿਨ੍ਹਾਂ ਨੂੰ ਚੰਗੇ ਤੇ ਮੰਦੇ ਦਾ ਪਤਾ ਨਹੀਂ ਕਿ ਅਸੀਂ ਕਿਸ ਚੀਜ਼ ਦੀ ਖਾਤਰ ਰੋਣਾ ਹੈ, ਉਹਨਾਂ ਨੂੰ ਇਹ ਸਮਝ ਨਹੀਂ ਪੈਂਦੀ। ਇਹੋ ਤਨ ਇਹੋ ਸਰੀਰ, ਇਹ ਮੈਂ ਖੋਵੈ, ਆਪਣੇ ਸਰੀਰ ਦਾ ਨਾਸ਼ ਕਰ ਲੈਂਦੇ ਨੇ। ਇੱਥੇ ਆਇਆ ਸਭ ਕੋ ਜਾਸੀ, ਕੂੜ ਕਰੋ ਹੰਕਾਰੋ। ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਸਤਿਗੁਰੂ ਫਰਮਾਨ ਕਰਦੇ ਨੇ,
ਜਿਹੜਾ ਇਸ ਸੰਸਾਰ ਦੇ ਵਿੱਚ ਆ ਗਿਆ, ਉਸਨੇ ਹਰ ਹਾਲ ਇਸ ਸੰਸਾਰ ਦੇ ਵਿੱਚੋਂ ਜਾਣਾ ਹੀ ਜਾਣਾ ਹੈ। ਇੱਥੇ ਆਇਆ ਸਭ ਕੋ ਜਾਸੀ, ਜੋ ਉਪਜਿਓ ਸੋ ਬਿਨਸ ਹੈ। ਜੋ ਇਸ ਧਰਤੀ ਉੱਤੇ ਪੈਦਾ ਹੋਇਆ ਹੈ, ਉਸਨੇ ਇੱਕ ਨਾ ਇੱਕ ਦਿਨ ਤਾਂ ਨਾਸ ਹੋਣਾ ਹੀ ਹੋਣਾ ਹੈ। ਇੱਥੇ ਆਇਆ ਸਭ ਕੋ ਜਾਸੀ, ਜਿਹੜਾ ਇਸ ਸੰਸਾਰ ਦੇ ਵਿੱਚ ਆਇਆ ਹੈ, ਉਸਨੇ ਇਸ ਸੰਸਾਰ ਤੋਂ ਇੱਕ ਨਾ ਇੱਕ ਦਿਨ ਤਾਂ ਜਾਣਾ ਹੀ ਜਾਣਾ ਹੈ। ਕੂੜ ਕਰੋ ਹੰਕਾਰੋ, ਤੇ ਫਿਰ ਜਿਹੜਾ ਹੰਕਾਰ ਹੈ ਉਹ ਕੂੜ ਹੈ। ਕੂੜ ਨਾਸ਼ਵੰਤ ਜਗਤ ਦੀ ਖਾਤਰ। ਕਰੋ ਹੰਕਾਰੋ, ਜਿਹੜਾ ਹੰਕਾਰ ਕਰਦੇ ਹੋ। ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਹੇ ਭਾਈ, ਰੋਣਾ ਉਹਨਾਂ ਦਾ ਹੀ ਸਫਲਾ ਹੈ ਜੋ ਪਿਆਰ ਵਿੱਚ ਆ ਕੇ ਬੈਰਾਗ ਦੇ ਨਾਲ ਪਰਮਾਤਮਾ ਦੇ ਮਿਲਾਪ ਦਾ ਜਿਹੜਾ ਮਿਲਾਪ ਦੇ ਲਈ ਰੋਣਾ ਕਰਦਾ ਹੈ, ਉਹਨਾਂ ਦਾ ਹੀ ਰੋਣਾ ਸਫਲਾ ਹੈ। ਸਤਿਗੁਰੂ ਫੁਰਮਾਨ ਕਰਦੇ ਨੇ, ਹੇ ਨਾਨਕ ਆਖ ਵਿਛੜੇ ਸੰਬੰਧੀਆਂ ਦੀ ਮੌਤ ਤੇ ਹਰ ਕੋਈ ਵੈਰਾਗ ਵਿੱਚ ਆ ਜਾਂਦਾ ਹੈ, ਪਰ ਇਹ ਵੈਰਾਗ ਕਿਸੇ ਅਰਥ ਨਹੀਂ। ਹੇ ਭਾਈ, ਉਸੇ ਮਨੁੱਖ ਨੂੰ ਸਹੀ ਵੈਰਾਗ ਵਿੱਚ ਆਇਆ ਜਾਣੋ ਜੋ ਪਿਆਰ ਨਾਲ ਪਰਮਾਤਮਾ ਦੇ ਮਿਲਾਪ ਦੀ ਖਾਤਰ ਵੈਰਾਗ ਵਿੱਚ ਆਉਂਦਾ ਹੈ। ਹੇ ਭਾਈ, ਦੁਨੀਆ ਦੇ ਧਨ ਪਦਾਰਥਾਂ ਦੀ ਖਾਤਰ ਜੋ ਰੋਵੀਦਾ ਹੈ, ਉਹ ਰੋਣਾ ਸਾਰਾ ਹੀ ਵਿਅਰਥ ਹੈ, ਸਾਰਾ ਹੀ ਵਿਅਰਥ ਚਲੇ ਜਾਂਦਾ ਹੈ। ਪਰਮਾਤਮਾ ਵੱਲੋਂ ਭੁੱਲਿਆ ਹੋਇਆ ਜਗਤ ਮਾਇਆ ਦੀ ਖਾਤਰ ਰੋਂਦਾ ਹੈ। ਇਹ ਸਾਰਾ ਹੀ ਰੁੰਦਰ ਵਿਅਰਥ ਹੈ, ਇਹ ਸਾਰਾ ਹੀ ਰੋਣਾ ਵਿਅਰਥ ਹੈ। ਇਸ ਰੋਣ ਨਾਲ ਚੰਗੇ ਮਨੁੱਖ ਨੂੰ ਚੰਗੇ ਮੰਦੇ ਕੰਮ ਦੀ ਪਛਾਣ ਨਹੀਂ ਆਉਂਦੀ। ਮਾਇਆ ਦੀ ਖਾਤਰ ਰੋ ਰੋ ਕੇ ਇਸ ਸਰੀਰ ਨੂੰ ਵਿਅਰਥ ਹੀ ਨਾਸ਼ ਕਰ ਲੈਂਦਾ ਹੈ। ਹੇ ਭਾਈ, ਹਰੇਕ ਜੀਵ ਜੋ ਜਗਤ ਵਿੱਚ ਜਨਮ ਲੈ ਕੇ ਆਇਆ ਹੈ, ਆਪਣਾ ਸਮਾਂ ਮੁਕਾ ਕੇ ਚਲਾ ਜਾਏਗਾ। ਨਾਸ਼ਵੰਤ ਜਗਤ ਦੇ ਮੋਹ ਵਿੱਚ ਫਸ ਕੇ ਵਿਅਰਥ ਹੀ ਮਾਣ ਕਰਦੇ ਹੋ। ਹੇ ਨਾਨਕ ਆਖ, ਹੇ ਭਾਈ, ਉਸੇ ਮਨੁੱਖ ਨੂੰ ਸਹੀ ਵੈਰਾਗ ਵਿੱਚ ਆਇਆ ਸਮਝੋ ਜੋ ਪਰਮਾਤਮਾ ਦੇ ਮਿਲਾਪ ਦੀ ਖਾਤਰ ਪਿਆਰ ਨਾਲ ਵੈਰਾਗ ਵਿੱਚ ਆਉਂਦਾ ਹੈ। ਇਸ ਦੇ ਲਈ ਸਤਿਗੁਰੂ ਫੁਰਮਾਨ ਕਰਦੇ ਨੇ ਕਿ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਜੋ ਪਰਮਾਤਮਾ ਇਸ ਸੰਸਾਰ ਵਿੱਚ ਪੈਦਾ ਹੋਏ ਮਨੁੱਖ ਦੇ ਜਨਮ ਨੂੰ ਸਵਾਰਨ ਦੇ ਲਈ, ਜੀਵਨ ਨੂੰ ਸਵਾਰਨ ਦੇ ਲਈ ਮੁੜ ਮੁੜ ਕੇ ਇਸ ਸੰਸਾਰ ਨੂੰ ਇਕੱਠਾ ਕਰਦਾ ਹੈ, ਢਾਉਂਦਾ ਹੈ, ਤੇ ਫੇਰ ਦੁਬਾਰਾ ਇਸ ਸੰਸਾਰ ਦਾ ਵਿਸਥਾਰ ਕਰਦਾ ਹੈ ਤਾਂ ਕਿ ਇਸ ਸੰਸਾਰ ਦੇ ਵਿੱਚ ਪੈਦਾ ਹੋਏ ਮਨੁੱਖ ਚੰਗੇ ਜੀਵਨ ਵਾਲੇ ਬਣ ਸਕਣ। ਇਸ ਦੇ ਲਈ ਸਤਿਗੁਰੂ ਫੁਰਮਾਨ ਕਰਦੇ ਨੇ ਕਿ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਜਿਹੜਾ ਮਾਲਕ ਪ੍ਰਭੂ ਸਾਡੇ ਜੀਵਨ ਨੂੰ ਸੋਹਣਾ ਬਣਾਉਣ ਦੇ ਲਈ ਬਾਰ-ਬਾਰ ਇਸ ਸੰਸਾਰ ਨੂੰ ਨਾਸ਼ ਕਰਦਾ ਹੈ ਤੇ ਇਸ ਸੰਸਾਰ ਨੂੰ ਦੁਬਾਰਾ ਪੈਦਾ ਕਰਦਾ ਹੈ, ਦੁਬਾਰਾ ਇਸ ਸੰਸਾਰ ਨੂੰ ਪੈਦਾ ਕਰਦਾ ਹੈ। ਸਾਨੂੰ ਇਹੋ ਜਿਹੇ ਸਤਿਗੁਰਾਂ ਤੋਂ ਸਦਕੇ ਜਾਣਾ ਚਾਹੀਦਾ ਹੈ। ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ।